ਕਹਿੰਦੇ ਭਾਈ ਜੋਧ ਜੀ ਬ੍ਰਹਮਣ ਜਾਤ ਦੇ ਨਾਲ ਸੰਬੰਧਿਤ ਸੀ। ਅੰਦਰ ਇਹਨਾਂ ਦੇ ਭਾਵਨਾ ਸੀ ਗੁਰੂ ਨੂੰ ਮਿਲਣ ਵਾਸਤੇ। ਅੰਦਰੋਂ ਜੁਟੇ ਸੀ ਨਾ, ਨੀਵਾਂਪਨ ਵੀ ਪੈਦਾ ਹੋ ਜਾਂਦਾ ਸੀ। ਕਿਤੇ ਨਾ ਕਿਤੇ ਬ੍ਰਹਮਣ ਜਾਤ ਦੇ ਨਾਲ ਤੇ ਸੰਬੰਧ ਸੀ ਤੇ ਉਹ ਮਨ ਵੀ ਇੱਥੋਂ ਤੱਕ ਵਿਕਾਰਾਂ ਵਿੱਚ ਭੜਕਦਾ ਸੀ। ਮਨ 'ਚ ਆਈ ਇਸ ਨਿਮਾਣੇ ਸਿੱਖ ਦੇ, ਕਹਿਣ ਲੱਗਾ ਕਿਉਂ ਨਾ ਖਡੂਰ ਸਾਹਿਬ ਦੀ ਧਰਤੀ 'ਤੇ ਜਾ ਕੇ ਧੰਨ ਗੁਰੂ ਅੰਗਦ ਮਹਾਰਾਜ ਜੀ ਦੀ ਸ਼ਰਨ ਲਈ ਜਾਵੇ। ਗੁਰੂ ਝੋਲੀ ਵਿੱਚ ਦਾਤਾਂ ਕਿਵੇਂ ਪਾਉਂਦੇ ਨੇ, ਉਹਨੇ ਬਚਨ ਕਹਿਣ ਲੱਗਾ ਗੁਰੂ ਦੀ ਸ਼ਰਨ ਵਿੱਚ ਜਾ ਕੇ ਕਿਉਂ ਨਾ ਆਸਰਾ ਤੱਕਿਆ ਜਾਵੇ। ਮਨ ਡੋਲਦਾ ਬੜਾ ਸੀ। ਸਤਿਗੁਰੂ ਦੀ ਸ਼ਰਨ ਦੇ ਵਿੱਚ ਗਏ। ਖਡੂਰ ਸਾਹਿਬ ਦੀ ਧਰਤੀ 'ਤੇ ਵੱਖਰੇ ਵੱਖਰੇ ਥਾਵਾਂ ਤੋਂ ਹੁੰਦੇ ਹੋਏ ਪਹੁੰਚ ਗਏ ਭਾਈ ਜੋਧ ਜੀ। ਤੱਕਿਆ ਏ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਆ ਕੇ ਕਿ ਜਿਹੜਾ ਵੀ ਇਸ ਦਰਬਾਰ ਦੇ ਵਿੱਚ ਆਉਂਦਾ ਏ ਹੁੰਦਾ ਦੁਖੀ ਹੈ ਪਰ ਖੁਸ਼ ਹੋ ਕੇ ਜਾਂਦਾ ਏ। ਸਾਰਿਆਂ ਦੇ ਇੱਥੋਂ ਤੱਕ ਚਿਹਰਿਆਂ ਨੂੰ ਤੱਕਦਾ ਏ ਭਾਈ ਜੋਧ। ਕਹਿੰਦਾ ਦੁਖੀਆਂ ਦੀ ਕਤਾਰ ਲੰਮੀ ਲੱਗੀ ਹੋਈ ਹੈ। ਸਤਿਗੁਰੂ ਜੀ ਜਦੋਂ ਗੁਰਤਾ ਗੱਦੀ 'ਤੇ ਬਿਰਾਜਮਾਨ ਹੁੰਦੇ ਨੇ, ਉਹਨਾਂ ਨੂੰ ਆ ਕੇ ਕੋਈ ਦੁਖੀ ਬੰਦਾ ਦੁੱਖ ਦੱਸਦਾ ਹੈ ਆਪਣੇ, ਅਤੇ ਤਾਂ ਸਤਿਗੁਰੂ ਝੋਲੀ ਦੇ ਵਿੱਚ ਬਰਕਤਾਂ ਪਾ ਦਿੰਦੇ। ਭਾਈ ਜੋਧ ਜੀ ਨੇ ਦੇਖਿਆ ਕਿ ਜਿਹੜਾ ਕੋਈ ਆਉਂਦਾ ਹੈ ਪਹਿਲਾਂ ਦੁਖੀ ਹਿਰਦਾ ਆਉਂਦਾ, ਮਨ ਉਦਾਸ ਹੁੰਦਾ, ਚਿਹਰਾ ਉਦਾਸ ਹੁੰਦਾ, ਪਰ ਜਦੋਂ ਸਤਿਗੁਰੂ ਤੋਂ ਫਿਰ ਵਾਪਸ ਜਾਂਦੇ ਨੇ ਨਾ ਸੰਗਤ ਦੇ ਵਿੱਚੋਂ, ਤੇ ਕਿੰਨੇ ਖੁਸ਼ ਹੁੰਦੇ ਨੇ। ਇਹਨਾਂ ਸਿੱਖਾਂ ਦੇ ਨੂਰ ਡਲਕਾਂ ਮਾਰਦੇ ਪਏ ਨੇ ਜਦੋਂ ਸਤਿਗੁਰੂ ਦੇ ਚਿਹਰੇ ਦੀ ਦੀਦਾਰ ਕਰ ਲੈਂਦੇ। ਸਤਿਗੁਰੂ ਦਾ ਚਿਹਰਾ ਹੈ ਹੀ ਐਸਾ ਸੀ ਕਿ ਜਿਹੜਾ ਇੱਕ ਵਾਰੀ ਧੰਨ ਗੁਰੂ ਅੰਗਦ ਮਹਾਰਾਜ ਜੀ ਦੇ ਦਰਸ਼ਨ ਕਰਦਾ ਸੀ, ਉਹਦੇ ਅੱਧੇ ਇੱਥੋਂ ਤੱਕ ਦੁੱਖ ਤਾਂ ਕੱਟੇ ਜਾਂਦੇ ਸੀ ਸਤਿਗੁਰੂ ਦੇ ਨੂਰ ਨੂੰ ਤੱਕ ਕਰਕੇ, ਕਿਉਂ ਮਨ ਵਿਕਾਰਾਂ ਤੋਂ ਖੜ ਜਾਂਦਾ ਸੀ। ਭਾਈ ਜੋਧ ਜੀ ਸਤਿਗੁਰੂ ਦੀ ਸ਼ਰਨ ਵਿੱਚ ਆਏ, ਹਾਜ਼ਰੀਆਂ ਭਰਨ ਲੱਗੇ, ਕੀਰਤਨ ਸਰਵਣ ਕੀਤਾ। ਜਿੱਥੇ ਸਤਿਗੁਰੂ ਜੀ ਸੁਭਾਏ ਮਾਨ ਹਾਜ਼ਰੀ ਭਰੀ ਅਤੇ ਮਨ ਦੇਖੋ ਜੀ ਐਸਾ ਹੋਇਆ, ਮਨ ਦੇ ਵਿੱਚ ਪੁਕਾਰ ਉੱਠੀ ਕਿ ਕਿਉਂ ਨਾ ਹੋਵੇ ਇਸ ਦਰ 'ਤੇ ਸੇਵਾ ਕੀਤੀ ਜਾਵੇ। ਮਾਤਾ ਖੀਵੀ ਜੀ ਲੰਗਰ ਦੇ ਵਿੱਚ ਆਗੂ ਸੀ ਆਪ ਉਸ ਸਮੇਂ। ਮਾਤਾ ਖੀਵੀ ਜੀ ਦਾ ਜਦੋਂ ਅਸੀਂ ਜੀਵਨ ਪੜ੍ਹਦੇ ਆ ਨਾ, ਉਹਨਾਂ ਦੇ ਬਾਰੇ ਇੱਥੋਂ ਤੱਕ ਪ੍ਰਿੰਸੀਪਲ ਸਤਬੀਰ ਸਿੰਘ ਜੀ ਲਿਖਦੇ ਨੇ, ਕਹਿੰਦੇ ਸੁਭਾਅ ਐਸਾ ਚੰਗਾ ਸੀ ਉਹਨਾਂ ਦਾ ਕਿ ਸੁੱਤੇ ਪਏ ਸਿੱਖਾਂ ਦੀ ਜੇਬ ਦੇ ਵਿੱਚ ਰਕਮ ਪਾ ਦਿੰਦੇ ਸੀ ਮਾਤਾ ਜੀ। ਜਿਨ੍ਹਾਂ ਦੇ ਸਿਰ ਦੇ ਉੱਪਰ ਕਹਿੰਦੇ ਸਾਇਆ ਨਹੀਂ ਸੀ ਨਾ ਮਾਤਾ ਪਿਤਾ ਦਾ ਹੋਣਾ, ਉਹਨਾਂ ਬੱਚਿਆਂ ਨੇ ਮਾਤਾ ਖੀਵੀ ਜੀ ਦੇ ਕੋਲ ਆਇਆ ਕਰਨਾ ਅਤੇ ਉਹਨਾਂ ਨੂੰ ਐਂ ਮਹਿਸੂਸ ਹੋਣਾ ਕਿ ਸਾਡੇ ਸਿਰ 'ਤੇ ਸਾਡੀ ਮਾਂ ਦਾ ਹੱਥ ਹੈ। ਮਾਤਾ ਖੀਵੀ ਜੀ ਦਾ ਸੁਭਾਅ ਐਸਾ ਸੀ। ਉੱਥੇ ਲੰਗਰ ਦੇ ਵਿੱਚ ਕਹਿੰਦੇ ਆਪ ਆਪਣੇ ਹੱਥੀਂ ਸੇਵਾ ਕਰਦੇ ਸੀ ਮਾਤਾ ਜੀ, ਅਤੇ ਜਿਨ੍ਹਾਂ ਦੇ ਸਿਰ 'ਤੇ ਸਾਇਆ ਨਾ ਹੋਣਾ, ਉਹਨਾਂ ਨੇ ਵੀ ਇਸੇ ਮਾਤਾ ਦਾ ਆ ਕੇ ਜਿਹੜਾ ਪਿਆਰ ਜਿਹੜਾ ਇਹ ਆਪਣੇ ਜੀਵਨ 'ਚ ਅਦਾ ਕਰਿਆ ਕਰਨਾ। ਭੁੱਲ ਜਾਂਦੇ ਸੀ ਉਹ ਬੱਚੇ ਕਿ ਇਹ ਇੱਥੋਂ ਤੱਕ ਸਾਡੇ ਸਿਰ 'ਤੇ ਹੱਥ ਹੈ ਕਿ ਅਸੀਂ ਮਾਤਾ ਪਿਤਾ ਤੋਂ ਵਾਂਝੇ। ਕਹਿੰਦੇ ਮਾਤਾ ਪਿਤਾ ਦਾ ਪਿਆਰ ਹੀ ਮਾਤਾ ਖੀਵੀ ਜੀ ਦੇ ਦਿੰਦੇ ਸੀ। ਬੜਾ ਇੱਥੋਂ ਤੱਕ ਚੰਗਾ ਸੁਭਾਅ। ਭਾਈ ਜੋਧ ਜੀ ਦੇਖੋ ਆਏ ਮਾਤਾ ਜੀ ਦੇ ਕੋਲ, ਕਹਿਣ ਲੱਗੇ ਲੰਗਰ ਵਿੱਚ ਸੇਵਾ ਕਰਨੀ ਅਸੀਂ। ਸੇਵਾ ਵਿੱਚ ਯਤਨਸ਼ੀਲ ਹੋ ਗਏ। ਮਾਤਾ ਜੀ ਨੇ ਬਚਨ ਕਹਿਣ ਲੱਗੇ ਤੁਸੀਂ ਆਏ ਜੇ ਗੁਰੂ ਘਰ ਵਿੱਚ ਸੇਵਾ ਕਰੋ, ਤੁਹਾਡਾ ਜਿੱਥੇ ਮਨ ਕਰਦਾ ਹੈ ਸੇਵਾ ਕਰੋ। ਇਹਦੇ ਮਨ ਦੇ ਵਿੱਚ ਵਿਚਾਰ ਜਦੋਂ ਆਈ, ਲੰਗਰ ਵਿੱਚ ਕਹਿੰਦੇ ਆਏ ਨਾ, ਲੰਗਰ ਦੇ ਵਿੱਚ ਇਹਨੇ ਤੱਕਿਆ, ਇੱਕੇ ਕਤਾਰ ਵਿੱਚ ਬੈਠੀ ਸੰਗਤ ਪ੍ਰਸ਼ਾਦਾ ਛਕ ਰਹੀ ਹੈ। ਇਹ ਬ੍ਰਾਹਮਣ ਸੀ ਜਾਤ ਦਾ, ਇਹਦੇ ਮਨ 'ਚ ਇਹ ਮੈਲ ਪੈਦਾ ਹੋ ਗਈ। ਕਹਿਣ ਲੱਗਾ ਇੱਥੇ ਵੱਖਰੇ ਵੱਖਰੇ ਇੱਥੋਂ ਤੱਕ ਜਾਤਾਂ ਦੇ ਲੋਕ ਇਕੱਠੇ ਹੋ ਕੇ ਬੈਠੇ, ਮੈਂ ਤਾਂ ਬ੍ਰਾਹਮਣ ਹੈ, ਮੈਂ ਤਾਂ ਉੱਚਾ ਹੈ, ਮੈਂ ਇਹਨਾਂ ਦੇ ਵਿੱਚ ਨਹੀਂ ਬੈਠਾਂਗਾ। ਕਹਿੰਦੇ ਇਹਦੇ ਮਨ ਦੇ ਵਿੱਚ ਇਹ ਵਿਚਾਰ ਆ ਗਈ, ਮੈਲ ਪੈਦਾ ਹੋ ਗਈ। ਅੰਦਰੋਂ ਹੁਣ ਜੁਟਣਾ ਵੀ ਸੀ ਨਾ। ਗੁਰੂ ਅੰਗਦ ਮਹਾਰਾਜ ਜੀ ਦੇ ਘਰ ਦਾ ਉਹ ਲੰਗਰ ਸੀ। ਅੰਦਰੋਂ ਕਹਿੰਦੇ ਇੰਨੇ ਨੀਵੇਂ ਵੀ ਹੋ ਰਹੇ ਸੀ, ਗੁਰੂ ਦੇ ਦੀਦਾਰ ਕੀਤੇ ਨੇ ਉਹ ਇੱਥੋਂ ਤੱਕ ਕਹਿੰਦੇ ਨੀਵਾਂਪਣ ਅਦਾ ਕਰ ਰਹੇ ਸੀ ਗੁਰੂ ਦੇ ਦੀਦਾਰ। ਇੱਕ ਪਾਸੇ ਦੇਖੋ ਮਨ 'ਚ ਆ ਰਹੀ ਕਿ ਮੈਂ ਇਹਨਾਂ ਦੇ ਵਿੱਚ ਨਹੀਂ ਬੈਠਾਂਗਾ, ਮੈਂ ਬ੍ਰਾਹਮਣ ਹਾਂ, ਮੈਂ ਇਹਨਾਂ ਤੋਂ ਉੱਚਾ ਹੈ। ਇੱਕ ਪਾਸੇ ਦੇਖੋ ਜੀ ਕਿ ਮਨ ਨੂੰ ਸਾਫ਼ ਕਰਨਾ ਹੈ, ਗੁਰੂ ਦੀ ਇੱਥੋਂ ਤੱਕ ਜਿਹੜੀ ਨਾ ਵਡਿਆਈ ਉਹ ਪ੍ਰਾਪਤ ਕਰਨੀ ਜੀਵਨ ਵਿੱਚ। ਹੁਣ ਕਹਿੰਦੇ ਸਿੱਖ ਨੇ ਕੀਤਾ ਪ੍ਰਸ਼ਾਦਾ ਆਪਣੇ ਹੱਥੀਂ ਵਰਤਾਇਆ ਕਰਨਾ। ਥੋੜ੍ਹੇ ਦਿਨ ਪਲ ਬਹਿ ਕੇ ਪ੍ਰਸ਼ਾਦਾ ਛਕਿਆ, ਪਰ ਮਨ ਨਾਲ ਲੜਦਾ ਰਿਹਾ, ਮਨ ਦੇ ਅੰਦਰੋਂ ਅੰਦਰੀ ਕਿ ਮਨਾ ਇੱਥੋਂ ਤੱਕ ਇਹਨਾਂ ਵਿੱਚ ਬਹਿ ਕੇ ਕਿੱਥੇ ਤੂੰ ਇੱਥੋਂ ਤੱਕ ਧੱਕੇ ਠੇਡੇ ਖਾਂਦਾ ਫਿਰਦਾ।
पर इन्हें मन दे विच ये विचारां पैदा कीतियां, पर कहन लगा कि ये मन नूं मैं सुधारांगा जरूर। पत्तलां जिहड़ियां कहंदे इन्हें चुकनियां शुरू कीतियां, जूठे बर्तन साफ करन दी सेवा फिर कीती इन्हें। पहला जिथे वरतावा बनया कहंदे फिर जूठियां पत्तलां जिहड़ियां इन्हां चुकनियां शुरू कर लियां, कहंदे कि मैं जूठे भांडे धोण दी सेवा करांगा। सिख संगतां ने कहंदे गुरु दे घर विच प्रशादा छकना, पत्तलां दे विचों जो भी कहंदे बची हुई रहिंदी हुई जूठ सी ना, वो इस निमाणे ने एक थाल दे विच पत्तल विच इकट्ठी करनी शुरू कर लई। रोजाना का एक काम बन गया इहदा। माता खीवी जी देखो लंगर दे विच आप आगू ने ना, वैसे कलीक मेरे मन दे विच आउंदी विचार कि जदों भी गुरुद्वारे कोई निमाणी सेवा करते होण ना, उन्हां दे विच जिवें असीं कहने कि परिवार तौर ते सारे रहिंदे ने, भावें देखो जी सेवादार, भावें वखरियां वखरियां इत्थों तक सेवावां दे विच यतनशील रहना, पर कहंदे जिहड़ा गुरु घर दा लांगरी हुंदा है ना, लांगरी सारे इत्थों तक उस परिवार दी माँ हुंदा है, क्योंकि उन्हें तकना है कि मैं अपने हत्थी प्रशादा इन्हां नूं बना के देना, मैं सब कुछ इत्थों तक इन्हां नूं बना के देना। मैं जयपुर कथा करन गया, उत्थे लांगरी सिंह ने आके जल पानी की सेवा करया करनी। मेरे मन च विचार आई, उत्थे मन चों गल उठी, मैं क्या करना कि तुसीं तां साडे माता वांगू सेवा करदे, जिवें माँ इत्थों तक अगे पिछे जल पानी लैके हुंदी है ना, उस तरह तुसीं भी सेवा करदे। लांगरी सिंह सारियां दी इत्थों तक माँ हुंदी। माता खीवी जी देखो देखदे सी सिखां नूं कि कित्थे सेवा कोई करदा पिया है, बड़े प्रभावित होंदे। भाई जोत जी वल देखदे सी, कहंदे प्रशादा क्यों नहीं पंगत विच बह के छकदे पए। हुण ये गल दे बारे नहीं सी ना पता कि जूठियां पत्तलां दे विचों छकदे ने। कहंदे एक दिन ऐसा आया कि पर्दा करके ना ये रोज़ाना देखो जूठियां पत्तलां दे विचों जूठ कढ के वो छकदे सी। कहंदे वो कण कण जो थाली दे विच बचना इकट्ठिया करके एक थाली च पा लेना, फिर छकिया करना, ते नाल मन दे नाल अंदरों अंदरी लड़िया करना कि मना मैं इत्थों तक तेनू जूठ देवांगा, तेरी इन्नी औकात है। मन च ये भी गल उठदी सी कि ब्राह्मण है, तू उच्चा है, इन्हां विच क्यों इत्थों तक जिहड़ा ये सेवा करे, इन्हां दे नाल क्यों बह के प्रशादा छकदा। कहंदे मन च गल उठदी सी, उस मन नूं इत्थों तक जिहड़ा इन्हां सੱਟ मारन दे वास्ते ये जूठियां पत्तलां विचों जूठ इकट्ठी करके छकनी शुरू कर दित्ती। कहंदा कि मैं मना तेरे नाल लड़ना भी सिख लवां। माता खीवी जी ने देखिया जूठ पत्तलां दे विचों कढ के ना खा रहे सी। माता खीवी जी कहन लगे, भाई जोत जी ये की करदे पए जी। भाई जोत ने बेनती की, कहन लगे माता जी मन दे विच विचार उठदी सी कि मैं जात दा ब्राह्मण है, इन्हां विच बह के इत्थों तक क्यों छकदा। मैं अपने मन नूं समझा रहा है कि लालची मना तू क्यों नहीं समझदा पिया, ये गुरु अंगद महाराज जी दे घर दी संगत है, क्यों इहदे विच विकार उठदे पए ने, मैं इन्हां नूं विकारां ते काबू पाउंदा पिया। ये मन की यही औकात, मैं उन्होंने अपनी औकात जिहड़ी चेते करा रहा मन। माता खीवी जी कहन लगे ये इत्थों तक गुरु नानक के घर में ऐसा काम नहीं हुंदा। कहंदे ये शरधा नहीं, ये प्यार नहीं, ये तो हीनता बनती जा रही। माता खीवी जी ने देखो रोकिया, ये गल बाबा बुढ़ा साहब जी तक पहुँचाई। माता खीवी जी बाबा बुढ़ा साहब जी ने भी रोकिया, पर यह बाबा बुढ़ा साहब जी ने गल गुरु अंगद महाराज जी के कोल पहुँचा दी। सतगुरु गुरु अंगद महाराज उठ अपने आसन तो लंगर दे विच आए। भाई जोत जी प्रशादा वरताउण की सेवा कर रहे सी, बाल्टी हाथ दे विच फड़ी चाहे प्रशादे वरता रहे। सतगुरु गुरु अंगद महाराज आए, कहन लगे भाई जोत जी साडे नाल आके तुसी प्रशादा छको। पातशाह जी पंगत विच बैठ गए। पातशाह जी ने फिर आवाज़ मारी, कहन लगे भाई जोत जी सेवा तुसी करदे जरूर पे, पर साडे नाल बह के प्रशादा छको। अंदर दियां जानी जान ने धन गुरु अंगद महाराज। भाई जोत जी हाथ जोड़ के खड़ गए, कहन लगे दाता मैं प्रशादा तुहाडे नाल बह के छकांगा। फिर अपने मन की वियोंत जिहड़ी ना इन्हें रखी है। पहला सतगुरु ने पूछया, कहंदे तू जूठियां पत्तलां विचों प्रशादा क्यों छकदा पिया।
ਕਹਿੰਦਾ ਦਾਤਾ ਆਪ ਜਾਣੀ ਜਾਣ ਜੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੋਲ ਅਸੀਂ ਪੜ੍ਹਦੇ ਹਾਂ, ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਸਤਿਗੁਰੂ ਗੁਰੂ ਅੰਗਦ ਮਹਾਰਾਜ ਜੀ ਇਹਦੇ ਸਿਰ ਦੇ ਉੱਪਰ ਹੱਥ ਫੇਰਦੇ ਨੇ, ਰਹਿਮਤਾਂ ਭਰਿਆ ਬਚਨ ਪੜ੍ਹਿਆ ਅਸੀਂ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਭਾਈ। ਕਿਸੇ ਪ੍ਰਕਾਰ ਦਾ ਦੁੱਖ ਜਿਹੜਾ ਨਾ ਮਨ ਦੇ ਵਿੱਚ ਰਿਹਾ ਨਹੀਂ ਅੱਜ ਭਾਈ ਜੋਧ ਜੀ। ਸਤਿਗੁਰੂ ਦਾ ਸੁਭਾਅ ਹੈ, ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਛਾਣ। ਅੱਜ ਭਾਈ ਜੋਧ ਨੂੰ ਆ ਪੰਕਤੀ ਚੇਤੇ ਆ ਗਈ। ਕਹਿਣ ਲੱਗੇ ਸਤਿਗੁਰੂ ਦਾਤਾ ਮਨ ਦੇ ਵਿੱਚ ਨਾ ਬੜੀਆਂ ਤਰ੍ਹਾਂ ਦੀਆਂ ਪੁਕਾਰਾਂ ਉੱਠੀਆਂ, ਪਰ ਸਿਰ ਤੇ ਹੱਥ ਰੱਖ ਕੇ ਆਪਨੇ ਕਿਰਪਾ ਕਰ ਦਿੱਤੀ। ਸਤਿਗੁਰੂ ਜੀ ਨੇ ਸਿਰ ਦੇ ਉੱਪਰ ਰੱਖ ਕੇ ਹੱਥ ਬਰਕਤਾਂ ਪਾ ਦਿੱਤੀਆਂ ਜੀਵਨ 'ਚ। ਆਪਣੇ ਲਾਗੇ ਬਿਠਾ ਕੇ ਪੰਗਤ ਦੇ ਵਿੱਚ ਸਤਿਗੁਰੂ ਨੇ ਪੱਤਲ ਦੇ ਵਿੱਚ ਦੇਖੋ ਜੀ ਪ੍ਰਸ਼ਾਦ ਪਵਾਇਆ, ਗੁਰੂ ਕਾ ਲੰਗਰ ਪਵਾਇਆ ਪੱਤਲ ਦੇ ਵਿੱਚ। ਆਪਣੇ ਹੱਥੀ ਸਤਿਗੁਰੂ ਨੇ ਦੇਖੋ ਜੀ ਬੁਰਕੀ ਤੋੜ ਕੇ ਨਾ ਭਾਈ ਜੋਧ ਜੀ ਦੇ ਮੁਖ ਦੇ ਵਿੱਚ ਪਾ ਦਿੱਤੀ ਹੈ। ਸਤਿਗੁਰੂ ਕਹਿਣ ਲੱਗੇ ਭਾਈ ਜੋਧ ਜੀ ਅੱਜ ਤੋਂ ਜੂਠੀਆਂ ਪੱਤਲਾਂ ਦੇ ਵਿੱਚੋਂ ਕਣ ਕਣ ਜਿਹੜਾ ਇਕੱਠਾ ਕਰਕੇ ਇੱਕ ਪੱਤਲ 'ਚ ਪਾ ਕੇ ਤੁਸੀਂ ਨਹੀਂ ਛਕਣਾ ਹੋ। ਹੱਥ ਜੋੜ ਕੇ ਭਾਈ ਜੋਧ ਜੀ ਨੇ ਬੇਨਤੀ ਕੀਤੀ, ਦਾਤਾ ਨੇਤਰਾਂ ਦੇ ਵਿੱਚੋਂ ਨੀਰ ਵੀ ਛਲਕ ਆਇਆ ਅੱਜ ਕਿ ਸਤਿਗੁਰੂ ਨੇ ਆਪਣੇ ਹੱਥਾਂ ਦੇ ਨਾਲ ਬੁਰਕੀ ਦਾ ਨਿਵਾਲਾ ਜਿਹੜਾ ਮੁੱਖ 'ਚ ਇਸ ਨਿਮਾਣੇ ਦੇ ਪਾ ਦਿੱਤਾ। ਨੇਤਰਾਂ 'ਚੋਂ ਨੀਰ ਕਿਰਿਆ, ਹੱਥ ਜੋੜ ਕੇ ਬੇਨਤੀ ਕੀਤੀ, ਪਾਤਸ਼ਾਹ ਜੀ ਅੱਗੇ ਮਨ ਮੇਰਾ ਝੂਠਾ ਸੀ, ਮਨ 'ਚ ਆਉਂਦੀ ਸੀ ਕਿ ਤੂੰ ਬ੍ਰਹਮਣ ਹੈ ਜਾਤ ਦਾ, ਤੂੰ ਇਹਨਾਂ ਵਿੱਚ ਬਹਿ ਕੇ ਪ੍ਰਸ਼ਾਦਾ ਛਕਦਾ। ਅੱਜ ਸਤਿਗੁਰੂ ਆਪ ਨੇ ਰਹਿਮਤਾਂ ਬਖਸ਼ਿਸ਼ ਕਰ ਦਿੱਤੀਆਂ, ਆ ਮੇਰੇ ਮੁਖ ਦੇ ਵਿੱਚ ਸੁੱਚਾ ਭੋਜਨ ਪਾ ਦਿੱਤਾ, ਅੱਜ ਤੋਂ ਮੈਂ ਸੁੱਚਾ ਹੀ ਪ੍ਰਸ਼ਾਦਾ ਛਕਿਆ ਕਰਾਂ। ਇਸ ਨਿਮਾਣੇ ਦੇ ਅੰਦਰ ਸੀ ਕਿ ਸਤਿਗੁਰੂ ਜੀ ਤੁਹਾਡੇ ਘਰ ਵਿੱਚੋਂ ਮੈਂ ਦਾਤਾਂ ਲੈਣੀਆਂ ਨੇ, ਮਨ ਭੜਕਦਾ ਪਿਆ ਏ। ਧੰਨ ਗੁਰੂ ਅੰਗਦ ਮਹਾਰਾਜ ਜੀ ਨੇ ਸਿਰ ਦੇ ਉੱਪਰ ਹੱਥ ਰੱਖ ਕੇ ਨਾ ਸਾਰੀਆਂ ਅਸੀਸਾਂ ਦਿੱਤੀਆਂ ਤੇ ਜੀਵਨ ਦੇ ਵਿੱਚ ਬਰਕਤਾਂ ਪਾ ਦਿੱਤੀਆਂ।